ਸਾਰੀਆਂ ਨੌਜਵਾਨ ਲੜਕੀਆਂ ਜਿਨ੍ਹਾਂ ਦੇ ਹੱਥ ਦੇ ਵਿੱਚ ਕਿਸੇ ਵੀ ਵਜ੍ਹਾ ਤੋਂ ਸਮਾਰਟਫੋਨ ਆ ਚੁੱਕਿਆ। ਇਸ ਬਹਿਸ ਦੇ ਵਿੱਚ ਪਏ ਬਗੈਰ ਕਿ ਉਹ ਕਿੰਨਾ ਜ਼ਰੂਰੀ ਸੀ ਤੇ ਕਿਸ ਵਜ੍ਹਾ ਤੋਂ ਹੈ, ਆਪਣੇ ਜ਼ਿਹਨ ਦੇ ਵਿੱਚ ਇੱਕ ਗੱਲ ਫਿੱਟ ਕਰ ਲਓ, ਉਹਨੂੰ ਬਿਠਾ ਲਓ ਉਸ ਗੱਲ ਨੂੰ। ਅਸਲਾਮ ਵਾਲੇਕੁਮ, ਮੈਂ ਤੁਹਾਡਾ ਹੋਸਟ ਇਰਤਜ਼ਾ ਅਲੀ। ਕੋਈ ਵੀ ਚੈਟ ਜਾਂ ਮੈਸੇਜ ਤੁਹਾਨੂੰ ਆਇਆ ਹੋਵੇ, ਕਿਸੇ ਵੀ ਲੜਕੇ ਦਾ ਕਿੰਨਾ ਵੀ ਚੰਗਾ ਸੋਸ਼ਲ ਮੀਡੀਆ ਅਕਾਊਂਟ ਕਿਉਂ ਨਾ ਹੋਵੇ, ਉਹਦੇ ਬੇਸ਼ੱਕ ਮਿਲੀਅਨ ਦੇ ਵਿੱਚ ਫਾਲੋਅਰ ਹੀ ਕਿਉਂ ਨਾ ਹੋਣ, ਉਹਦੇ ਤੇ ਯਕੀਨ ਨਹੀਂ ਕਰਨਾ। ਸਿੱਖ ਲਓ ਇਹ ਗੱਲ ਲੜਕੀਓ, ਉਹ ਕਿੰਨੀ ਤਕਲੀਫ ਦੇ ਵਿੱਚ ਉਹ ਬੱਚੀਆਂ ਹੁੰਦੀਆਂ ਨੇ ਜਿਹੜੀਆਂ ਨਾਦਾਨੀ ਦੇ ਵਿੱਚ ਚੰਦ ਮੁਹੱਬਤ ਭਰੇ ਜੁਮਲੇ ਸੁਣ ਕੇ ਜਜ਼ਬਾਤ ਦੇ ਵਿੱਚ ਬਹਿ ਜਾਂਦੀਆਂ ਨੇ ਤੇ ਆਪਣੇ ਉਹ ਸਾਰੇ ਰਾਜ਼ ਉਸ ਨੂੰ ਦੱਸ ਦਿੰਦੀਆਂ ਨੇ ਜੋ ਲੁਕੋ ਕੇ ਰੱਖ। ਖਾਸ ਕਰਕੇ ਉਹ ਪਲ ਜਿਹੜੇ ਉਹਨਾਂ ਨੇ ਆਪਣੇ ਮਹਿਰਮ ਨੂੰ ਦੇਣੇ ਹੁੰਦੇ ਨੇ, ਉਹ ਇੱਕ 2 ਟਕੇ ਦੇ ਛੋਕਰੇ ਨੂੰ ਦੇ ਦਿੰਦੀਆਂ ਨੇ ਤੇ ਉਹਦੇ ਨਾਲ ਸਾਰੀਆਂ ਆਪਣੀਆਂ ਗੱਲਾਂ ਸ਼ੇਅਰ ਕਰ ਲੈਂਦੀਆਂ ਨੇ ਤੇ ਆਪਣੀ ਜ਼ਿੰਦਗੀ ਦੀ ਡੋਰ ਇੱਕ ਨਮੂਨੇ ਦੇ ਹੱਥ ਦੇ ਵਿੱਚ ਦੇ ਦਿੰਦੀਆਂ ਨੇ ਜਿਹੜਾ ਇੰਤਹਾਈ ਬੇਰਹਿਮ ਹੁੰਦਾ। ਖਾਸ ਕਰਕੇ ਉਹ ਵੀਡੀਓ ਜਾਂ ਉਹ ਤਸਵੀਰਾਂ ਜੋ ਕਿਸੇ ਵੀ ਤਰੀਕੇ ਕਿਸੇ ਵੀ ਗੈਰ ਅਖਲਾਕੀ ਤੌਰ ਤੇ ਬਾਹਰ ਨਹੀਂ ਆਉਣੀਆਂ ਚਾਹੀਦੀਆਂ, ਉਹ ਮੁਹੱਬਤ ਦੇ ਚੱਕਰ ਦੇ ਵਿੱਚ ਉਹ ਆਪਣੇ ਗੈਰ ਮਹਿਰਮ ਨੂੰ ਭੇਜ ਦਿੰਦੀਆਂ ਨੇ ਤੇ ਜਾਂ ਉਹ ਗੈਰ ਮਹਿਰਮ ਵੀਡੀਓ ਕਾਲ ਦੇ ਚੱਕਰ 'ਚ ਰਿਕਾਰਡ ਕਰ ਲੈ। ਐਵੇਂ ਦੇ ਨਮੂਨਿਆਂ ਦਾ ਸਿਰਫ ਇੱਕ ਹੀ ਮਕਸਦ ਹੁੰਦਾ ਹੈ, ਜਿੰਨੇ ਚਿਕਰ ਖੁਸ਼ਹਾਲ ਸਿਸਟਮ ਚੱਲ ਰਿਹਾ ਚੱਲਦੇ ਰਹੋ। ਜਦੋਂ ਹੀ ਕੋਈ ਹਾਲਾਤ ਉੱਤੇ ਥੱਲੇ ਹੋਏ, ਉਹ ਤੁਹਾਨੂੰ ਬਲੈਕਮੇਲ ਕਰਨਾ ਸ਼ੁਰੂ ਕਰਦੇ। ਉਹ ਇੱਕ ਇਨਸਾਨ ਜਿਹਨੂੰ ਤੁਸੀਂ ਆਪਣਾ ਸਭ ਕੁਝ ਦੇ ਦਿੰਦੀ ਆ ਜੀ ਮੁਹੱਬਤ ਦੇ ਚੱਕਰ ਦੇ ਵਿੱਚ, ਉਹ ਹੁਣ ਤੁਹਾਨੂੰ ਜ਼ਲੀਲ ਕਰਦਾ ਪਿਆ ਹੈ। ਉਹ ਤੁਹਾਨੂੰ ਜਦੋਂ ਚਾਹੇ ਜ਼ਿੰਦਾ ਰੱਖ ਸਕਦਾ ਹੈ ਜਾਂ ਜ਼ਿੰਦਾ ਰਹਿਣ ਤੇ ਮਜਬੂਰ ਕਰ ਸਕਦਾ। ਹਰ ਵਕਤ ਉਹ ਇੱਕ ਖੌਫ ਦੇ ਵਿੱਚ ਰਹਿੰਦੀ ਹੈ, ਕਿਤੇ ਜ਼ਮੀਨੀ ਖੁਦਾ ਉਹ ਟੀਨੇਜਰ ਜਿਹਨੂੰ ਤੁਸੀਂ ਆਪਣੀਆਂ ਤਸਵੀਰਾਂ ਭੇਜੀਆਂ ਨੇ ਕਿਤੇ ਉਹ ਨਾਰਾਜ਼ ਨਾ ਹੋ ਜਾਏ। ਨਾਰਾਜ਼ ਹੋ ਗਿਆ ਤੇ ਕਿਤੇ ਉਹ ਤੁਹਾਡੀਆਂ ਵੀਡੀਓ ਜਾਂ ਤਸਵੀਰ ਇੰਟਰਨੈਟ ਤੇ ਲੀਕ ਨਾ ਕਰ ਦੇ ਜਾਂ ਤੁਹਾਡੇ ਘਰ ਵਾਲਿਆਂ ਨੂੰ ਨਾ ਭੇਜ। ਤੁਸੀਂ ਵੀ ਉਸ ਜ਼ਮੀਨੀ ਖੁਦਾ ਨੂੰ ਰਾਜ਼ੀ ਕਰਨ ਤੇ ਲੱਗੀਆਂ ਰਹਿੰਦੀਆਂ ਜੀ। ਉਹ ਤੁਹਾਨੂੰ ਬਲੈਕਮੇਲ ਕਰਦਾ, ਤੁਹਾਡੇ ਜ਼ਿਹਨ ਦੇ ਵਿੱਚ ਖੌਫ ਹੁੰਦਾ ਹੈ ਕਿਤੇ ਇਹਨੇ ਇਹ ਵੀਡੀਓ ਵਾਇਰਲ ਕਰਤੀਆਂ ਤੇ ਮੇਰਾ ਵਾਲਦ ਸਾਹਿਬ ਹਾਰਟ ਅਟੈਕ ਨਾਲ ਮਰ ਜਾਣਗੇ, ਮੇਰੇ ਭਰਾ ਦੀ ਇੱਜ਼ਤ ਨਿਲਾਮ ਹੋ ਜਾਏਗੀ, ਖਾਨਦਾਨ ਸਾਰਾ ਥੂ ਥੂ ਕਰੇਗਾ, ਮੇਰੇ ਮੁਹੱਲੇ ਦੇ ਵਿੱਚ ਸਾਡੀ ਕੋਈ ਇੱਜ਼ਤ ਨਹੀਂ ਰਹੇਗੀ ਵਗੈਰਾ ਵਗੈਰਾ। ਨਤੀਜਾ ਕੀ ਨਿਕਲਦਾ ਜਦੋਂ ਜ਼ਮੀਨੀ ਖੁਦਾ ਤੁਹਾਨੂੰ ਕਹਿੰਦਾ ਤੁਸੀਂ ਉਹਦੀ ਹਰ ਗੱਲ ਮੰਨਦੀਆਂ ਰਹਿੰਦੀਆਂ ਜੇ, ਤੁਸੀਂ ਇਸ ਗੱਲ ਤੋਂ ਡਰਦੀਆਂ ਜੇ ਕਿ ਕਿਤੇ ਕੁਝ ਹੋ ਨਾ ਜਾਵੇ ਤੇ ਉਹਦੀ ਹਰ ਗੱਲ ਮੰਨਦੀਆਂ ਜਾਂਦੀ ਹੈ ਜੇ। ਇਹਦੇ ਨਾਲ ਇਹ ਹੋਏਗਾ ਕਿ ਤੁਸੀਂ ਮਜ਼ੀਦ ਇਸ ਦਲਦਲ ਦੇ ਵਿੱਚ ਫਸ ਜਾਓ। ਮੇਰੀ ਸਾਰੇ ਵਾਲਦੈਨ ਨੂੰ ਇਹ ਗੁਜ਼ਾਰਿਸ਼ ਹੈ ਕਿ ਪਲੀਜ਼ ਤੁਹਾਡਾ ਆਪਣੀ ਔਲਾਦ ਨਾਲ ਐਸਾ ਤਲਕ ਹੋਣਾ ਚਾਹੀਦਾ, ਉਹ ਡਰ ਦੀ ਵਜ੍ਹਾ ਤੋਂ ਤੁਹਾਡੇ ਕੋਲ ਕੋਈ ਚੀਜ਼ ਲੁਕਾਉਂਦਾ, ਬਲਕਿ ਇੰਨਾ ਮਜ਼ਬੂਤ ਹੋਣਾ ਚਾਹੀਦਾ ਅਗਰ ਉਹਨਾਂ ਨਾਲ ਕੋਈ ਇਹ ਚੀਜ਼ ਹੁੰਦੀ ਤਾਂ ਸਾਰੇ ਤੋਂ ਪਹਿਲੇ ਆ ਕੇ ਉਹ ਤੁਹਾਨੂੰ ਵੀ ਦੱਸਣ। ਇਸ ਮਾਮਲੇ ਦੇ ਬਦਲੇ ਆਪਣੇ ਬੱਚਿਆਂ ਦੇ ਮਾਣ ਦਾ ਮਾਣ ਰੱਖੋ, ਉਹਨਾਂ ਤੇ ਆਪਣੇ ਬੱਚਿਆਂ ਦਾ ਸਾਥ ਦਿਓ। ਉਹਨਾਂ ਤਜਰਬਾਕਾਰ ਨੇ ਹੋ ਗਈ ਗਲਤੀ ਉਹਨਾਂ ਕੋਲੋਂ ਤੇ ਕੁਝ ਤੁਹਾਡੀ ਤਰਬੀਅਤ 'ਚ ਵੀ ਗਲਤੀ ਹੋ ਗਈ ਤੇ ਕੁਝ ਉਹਨਾਂ ਕੋਲੋਂ ਤੁਹਾਡੀ ਤਰਬੀਅਤ ਦੀ ਵਜ੍ਹਾ ਤੋਂ ਗਲਤੀ ਹੋ ਗਈ। ਹੁਣ ਅਗਰ ਕੋਈ ਬੱਚੀ ਤੁਹਾਡੇ ਕੋਲ ਮਾਫੀ ਮੰਗਦੀ ਪਈ ਹੈ ਤੇ ਉਹਨੂੰ ਮਾਫ ਕਰ ਦਿਓ ਤੇ ਉਸ ਬੰਦੇ ਤੱਕ ਪਹੁੰਚੋ ਕਿਸੇ ਹਿਕਮਤ ਦੇ ਨਾਲ। ਵੱਲਾਹੀ ਇਹ ਤੁਹਾਨੂੰ ਕੰਮ ਕਰਨਾ ਪਏਗਾ ਬਤੌਰ ਇੱਕ ਵਾਲਦ, ਇੱਕ ਭਰਾ, ਇੱਕ ਕਜ਼ਨ, ਇੱਕ ਮੰਗੇਤਰ, ਇੱਕ ਤਾਇਆ, ਇੱਕ ਚਾਚਾ, ਇੱਕ ਮਾਮਾ। ਇਹ ਤੁਹਾਨੂੰ ਕਰਨਾ ਪਏਗਾ, ਇਹ ਤੁਹਾਨੂੰ ਦਿਲ ਵੱਡਾ ਕਰਕੇ ਉਹਨਾਂ ਨੂੰ ਮਾਫ ਕਰਨਾ ਪਏਗਾ। ਅਗਰ ਤੁਸੀਂ ਇਹ ਨਹੀਂ ਕਰੋਗੇ ਤੇ ਉਹ ਇਸ ਚੱਕਰ ਦੇ ਵਿੱਚ ਕਿਸੇ ਹੋਰ ਕੋਲ ਮਦਦ ਲੈਣ ਲਈ ਜਾਏਗੀ, ਜਿੰਦਾ ਝਾਂਸਾ ਦੇ ਕੇ ਉਹ ਦਰਿੰਦਾ ਉਹਦੇ ਕੋਲ ਹੋਰ ਮਾਲ ਲਏਗਾ ਤੇ ਬਤੌਰ ਟਾਈਮ ਆਉਣ ਤੇ ਉਹਦੀ ਇੱਜ਼ਤ ਤਾਰ ਹੋਰ ਕਰ ਬੰਦਾ ਚੁੱਕਿਆ ਜਾਂਦਾ ਹੈ। ਚੈਟਾਂ ਡਿਲੀਟ ਕਰਵਾਈਆਂ ਜਾਂਦੀਆਂ ਨੇ, ਡੇਟੇ ਡੈਮੇਜ ਕਰਵਾਏ ਜਾ ਸਕਦੇ ਨੇ। ਅਗਰ ਕਿਸੇ ਨਾਲ ਇਹ ਹੋਇਆ ਤੇ ਉਹਦਾ ਚਿਹਰੇ ਤੇ ਪਾਬੰਦੀ ਲਵਾਈ ਜਾ ਸਕਦੀ ਹੈ ਕਿ ਇਹ ਕਿਸੇ ਵੀ ਇਸ ਜਗ੍ਹਾ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟ ਤੇ ਅਪਲੋਡ ਨਾ ਹੋਵੇ। ਸਿਸਟਮ ਹੈਕ ਕਰਵਾਏ ਜਾ ਸਕਦੇ ਨੇ, ਚੀਜ਼ਾਂ ਡਿਲੀਟ ਕਰਵਾਈਆਂ ਜਾ ਸਕਦੀਆਂ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਸਭ ਕੁਝ ਮੁਮਕਿਨ ਹੈ। ਸਾਰਿਆਂ ਤੋਂ ਔਖਾ ਪਹਿਲਾ ਕਦਮ ਹੁੰਦਾ ਹੈ। ਸਾਰਿਆਂ ਤੋਂ ਪਹਿਲੇ ਤੁਸੀਂ ਆਪਣੀ ਬੱਚੀ ਨੂੰ, ਆਪਣੀ ਬੇਟੀ ਨੂੰ ਇਨਸਾਨ ਹੋਣ ਦਾ ਮਾਰਜਨ ਦੇ ਕੇ ਉਹਨੂੰ ਮੁਆਫ ਕਰਨਾ ਹੋਏਗਾ। ਮਾਰਨ ਕੁੱਟਣ ਦੀ ਬਜਾਏ ਇਹਨਾਂ ਦਾ ਸਹਾਰਾ ਬਣੋ ਤੇ ਇਹਨਾਂ ਤੇ ਬੁਰੀ ਨਜ਼ਰ ਪਾਉਣ ਵਾਲੇ ਨੂੰ ਚੀਰ ਕੇ ਰੱਖ ਦਿਓ। ਇਹਨਾਂ ਦੇ ਐਸੇ ਮੁਹਾਫਜ਼ ਬਣੋ। ਇਹ ਪਹਿਲਾ ਕਦਮ ਤੁਹਾਨੂੰ ਚੁੱਕਣਾ ਪਏਗਾ। ਇਹ ਪਹਿਲਾ ਕਦਮ ਕੁਛ ਨਰ ਦੇ ਬੱਚੇ ਹੀ ਹੈ ਜਿਹੜੇ ਚੁੱਕ ਸਕਦੇ ਨੇ, ਜਿਹੜੇ ਅਕਲ ਤੋਂ ਪੈਦਲ ਨਹੀਂ ਹੁੰਦੇ, ਜਿਹੜੇ ਸਮਝਦਾਰੀ ਨਾਲ ਕੰਮ ਚੱਲਦੇ ਨੇ, ਜਿਨ੍ਹਾਂ ਦੀ ਅਕਲ ਉਹਨਾਂ ਦੇ ਤਾਬੇ ਹੁੰਦੀ। ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਏਗੀ। ਅਗਰ ਆਈ ਹੈ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰੋ।